ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर घर वास ना परियारे। कबीर सूता क्या करे, उठ के ना जपे मुरार। एक दिन सोवन होए गो, लांबे गोड़ पसार। झक्खड़ झांगी मींह वरै, झक्खड़ झांगी मींह वरै। पी गुर देखन जाई, समुंद सागर होवे बहु खारा। गुर सिख लंघ गुरु पह जाई। परम सत्कारयोग, परम सन्मानयोग चौर छतर तख्त दे मालिक, वालिए कुल आलम, मुजस्मे आबे हयात, बाणी दे बोहित शब्दा अवतार, धन धन गुरु ग्रंथ साहिब जी महाराज, तिन्हां दी पावन पवित्र हजूरी दे विच अंम੍ਰਿਤ वेले दे दीवाना दे विच जोड़ रही सतसंगी जनों, आओ सब तो पहला धन धन गुरु गोबिंद सिंह जी महाराज, तिन्हां वल्लों बख्शिश फतेह दे नाल जितने कु प्राणी बैठे हन, फतेह दी सांझ पाइए जी। वाहिगुरु जी का खालसा, वाहिगुरु जी की फतेह। सत संगत जी, कल तो आपां गुरु नानक देव जी महाराज जी की शाहकार रचना जपजी साहिब की विचार शुरू की है। कल के दीवाना दे विच आपां धन धन गुरु नानक देव जी महाराज ने जपजी साहिब की शुरुआत करन तो पहला कह लीए ਜਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਹੜਾ ਇੱਕ ਲਿਖਿਆ ਹੈ ਮਹਾਰਾਜ ਨੇ, ਉਹਦੀ ਆਪਾਂ ਵਿਚਾਰ ਕੀਤੀ ਸੀ ਕਿ ਉਹ ਇੱਕ ਕਿਉਂ ਲਿਖਿਆ ਹੈ। ਦੁਨੀਆ ਦੇ ਧਾਰਮਿਕ ਗ੍ਰੰਥਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ਬਦ ਤੋਂ ਹੋ ਰਹੀ ਹੈ, ਅੱਖਰਾਂ ਤੋਂ ਹੋ ਰਹੀ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਧਰਮ ਦਾ एक वाहद ऐसा गुरु ग्रंथ साहिब जी हैं, ग्रंथ हैं
ਜਿਹਦੀ ਸ਼ੁਰੂਆਤ ਅੰਕ ਤੋਂ ਹੋ ਰਹੀ ਹੈ, ਗਿਣਤੀ ਤੋਂ ਹੋ ਰਹੀ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਇੱਥੇ ਤੱਕ ਪਹੁੰਚੇ ਸਾਂ ਕਿ ਇੱਕ ਤੱਕ ਪਹੁੰਚਣ ਤੋਂ ਪਹਿਲਾਂ ਪਰਮਾਤਮਾ ਜਿਹੜਾ ਸੀ ਉਹ ਸੁੰਨ ਅਵਸਥਾ ਵਿੱਚ ਸੀਗਾ, ਜਿਸ ਨੂੰ ਨਿਰਗੁਣ ਅਵਸਥਾ ਕਿਹਾ ਜਾਂਦਾ ਹੈ, ਜਿਸ ਨੂੰ ਅਫੁਰ ਅਵਸਥਾ ਕਿਹਾ ਜਾਂਦਾ ਹੈ। ਪਰਮਾਤਮਾ ਨੇ ਨਿਰਗੁਣ ਅਵਸਥਾ ਤੋਂ ਆਪਣੇ ਆਪ ਨੂੰ ਹਰਕਤ ਵਿੱਚ ਲੈ ਕੇ ਆਂਦਾ ਤੇ ਉਹਦੀ ਅਵਸਥਾ ਬਣ ਗਈ ਸਰਗੁਣ ਅਵਸਥਾ। ਉਹ ਸਰਗੁਣ ਅਵਸਥਾ ਦੇ ਵਿੱਚੋਂ ਇੱਕ ਦਾ ਜਿਹੜਾ ਪ੍ਰਕਾਸ਼, ਸੁੰਨ ਅਵਸਥਾ ਦੇ ਵਿੱਚੋਂ ਇੱਕ ਦਾ ਜਿਹੜਾ ਉਹ ਪ੍ਰਕਾਸ਼ ਹੋਇਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਫਰਮਾਉਂਦੇ ਹਨ ਕਿ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਦੋਂ ਪਰਮਾਤਮਾ ਸੁੰਨ ਅਵਸਥਾ ਵਿੱਚ ਸੀਗਾ। ਕੱਲ ਆਪਾਂ ਪ੍ਰਮਾਣ ਲਿਆ ਸੀ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਸੀ ਨਾ ਸੂਰਜ ਸੀ। ਤੇ ਮਹਾਰਾਜ ਫਰਮਾਉਂਦੇ ਸੁੰਨ ਸਮਾਦ ਲੰਗਾਏ ਦਾ ਉਹ ਸੁੰਨ ਅਵਸਥਾ ਜਿਹਦੇ ਵਿੱਚ ਹਰਕਤ ਕੋਈ ਨਹੀਂ ਹੈ। ਮਹਾਰਾਜ ਉਸ ਅਵਸਥਾ ਦੇ ਵਿੱਚ, ਵੈਸੇ ਦੇਖਿਆ ਜਾਵੇ ਨਾ, ਇਹ ਜਿਹੜੀ ਮਹਾਰਾਜ ਦੀ ਵਿਆਖਿਆ ਨਾ ਕਿ ਸੁੰਨ ਅਵਸਥਾ ਤੋਂ ਸਰਗੁਣ ਰੂਪ ਦੇ ਵਿੱਚ ਆਉਣਾ ਜਾਂ ਹਰਕਤ ਵਿੱਚ ਆਉਣਾ, ਇਹ ਬੜੀ ਇੱਕ ਵਿਚਿੱਤਰ ਖੇਡ ਹੈ ਜਿਹੜੀ ਸਾਡੇ ਸੋਚ ਤੋਂ ਬਹੁਤ ਦੂਰ ਦੀ ਗੱਲ ਹੈ ਵੀ ਇਹ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਕਿੱਦਾਂ। ਇਸ ਦਾ ਜਵਾਬ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਿੰਦੇ, ਕਹਿੰਦੇ ਆਪੀਨੇ ਆਪ ਸਾਜਿਓ। ਪਹਿਲਾਂ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਹਰਕਤ ਵਿੱਚ ਲੈ ਕੇ ਆਂਦਾ। ਇਹਦਾ ਮਤਲਬ ਹਰਕਤ ਵਿੱਚ ਆਇਆ, ਉਹ ਪਹਿਲਾਂ ਹਰਕਤ ਵਿੱਚ ਨਹੀਂ ਸੀ, ਉਹ ਆਪਣੀ ਆਰਾਮ ਦੀ ਅਵਸਥਾ ਦੇ ਵਿੱਚ ਬੈਠਾ ਹੋਇਆ ਸੀਗਾ। ਆਪੀਨੇ ਆਪ ਸਾਜਿਓ। ਫਿਰ ਮਹਾਰਾਜ ਕਹਿੰਦੇ ਆਪੀਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਇਹਦਾ ਥੋੜਾ ਜਿਹਾ ਆਪਾਂ ਵਿਸਥਾਰਤ ਕਰ ਲਈਏ। ਆਮ ਤੌਰ ਤੇ ਅਸੀਂ ਦੇਖਦੇ ਹਾਂ, ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੈ। ਇਸ ਬਿਲਡਿੰਗ ਨੂੰ ਬਣਾਉਣ ਵਾਸਤਾ ਇੱਕ ਲੱਕੜਹਾਰੇ ਦੀ ਲੋੜ ਸੀਗੀ, ਇੱਕ ਲੋਹੇ ਵਾਲੇ ਦੀ ਲੋੜ ਸੀਗੀ ਔਰ ਇੱਕ ਮਿਸਤਰੀ ਦੀ ਲੋੜ ਸੀ, ਤੇ ਨਾਲ ਲੋੜ ਸੀ ਮਜ਼ਦੂਰਾਂ ਦੀ। ਲੇਕਿਨ ਉਹ ਮਜ਼ਦੂਰਾਂ ਨੇ ਆਪਣਾ ਆਪਣਾ ਕੰਮ ਕਰ ਦਿੱਤਾ ਤੇ ਅੱਜ ਉਹ ਇਸ ਬਿਲਡਿੰਗ ਦੇ ਵਿੱਚ ਨਹੀਂ ਹੈ, ਬਿਲਡਿੰਗ ਤੋਂ ਦੂਰ ਹੈ, ਕਿਤੇ ਹੋਰ ਬੈਠੇ ਹੋਏ ਆ। ਇਸੇ ਤਰ੍ਹਾਂ ਇੱਕ ਚਿੱਤਰਕਾਰ ਜਿਹੜਾ ਉਹ ਜਦੋਂ ਪੇਂਟਿੰਗ ਬਣਾਉਂਦਾ ਤੇ ਪੇਂਟਿੰਗ ਬਣਾ ਕੇ ਦੁਕਾਨ ਤੇ ਰੱਖਦਾ, ਦੁਕਾਨ ਤੇ ਵੇਚੀ ਜਾਂਦੀ ਹੈ, ਮੁੜ ਕੇ ਘਰ ਵਿੱਚ ਲਿਆ ਕੇ ਟੰਗਦੇ ਆ, ਲੇਕਿਨ ਉਸ ਚਿੱਤਰਕਾਰ ਦਾ ਨਹੀਂ ਪਤਾ ਉਹ ਚਿੱਤਰਕਾਰ ਕਿੱਥੇ ਹੈ। ਜਿਹੜੀ ਵੀ ਦੁਨੀਆ ਦੀ ਕਿਰਤ ਹੈ, ਜਿਹੜਾ ਉਹਦਾ ਕਿਰਤਕਾਰ ਹੈ, ਜਿਹੜਾ ਉਹਦਾ ਬਣਾਉਣ ਵਾਲਾ ਹੈ, ਸਾਜਣ ਵਾਲਾ ਹੈ, ਉਹ ਆਪਣੀ ਕੰਮ ਕਰਕੇ ਉਸ ਚੀਜ਼ ਨੂੰ ਸਾਜ ਕੇ ਤੇ ਉਹਦੇ ਤੋਂ ਦੂਰ ਹੈ। ਲੇਕਿਨ ਪਰਮਾਤਮਾ ਇੱਕ ਐਸਾ ਕਿਰਤਕਾਰ ਹੈ, ਉਹਨੇ ਜਿਹੜੀ ਆਪਣੀ ਸ੍ਰਿਸ਼ਟੀ ਬਣਾਈ ਹੈ ਉਹ ਸ੍ਰਿਸ਼ਟੀ ਬਣਾ ਕੇ ਸ੍ਰਿਸ਼ਟੀ ਤੋਂ ਦੂਰ ਨਹੀਂ ਹੈ, ਸਗੋਂ ਸ੍ਰਿਸ਼ਟੀ ਦੇ ਵਿੱਚ ਹੀ ਸਮੋਇਆ ਹੋਇਆ ਹੈ। ਅਸੀਂ ਬਚਨ ਪੜ੍ਹਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ। ਚਾਹੇ ਉਹ ਮਰਦ ਹੈ, ਚਾਹੇ ਉਹ ਔਰਤ ਹੈ, ਈਵਨ ਇੱਥੋਂ ਤੱਕ ਆਪਾਂ ਜਾਨਵਰ ਦੀ ਗੱਲ ਵੀ ਕਰ ਲਈਏ, ਉਸ ਜਾਨਵਰ ਦੇ ਵਿੱਚ ਵੀ ਪਰਿਪੂਰਨ ਪਰਮਾਤਮਾ ਦੀ ਜੋਤ ਜਿਹੜੀ ਹੈ ਉਹ ਟਿਕੀ ਹੋਈ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਮਹਾਰਾਜ ਫਰਮਾਉਂਦੇ ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ। ਇਹ ਅਸੀਂ ਪੜ੍ਹਦੇ ਹਾਂ। ਇਹਦਾ ਮਤਲਬ ਕਿ ਪਰਮਾਤਮਾ ਨੇ ਆਪਣੀ ਸ੍ਰਿਸ਼ਟੀ ਬਣਾਈ ਹੈ, ਲੇਕਿਨ ਸ੍ਰਿਸ਼ਟੀ ਬਣਾਉਣ ਤੋਂ ਬਾਅਦ ਉਹ ਇਹਦੇ ਤੋਂ ਵੱਖ ਨਹੀਂ ਹੈ। ਜਿੱਦਾਂ ਇੱਕ ਚਿੱਤਰਕਾਰ, ਜਿਸ ਤਰ੍ਹਾਂ ਇੱਕ ਕਾਰੀਗਰ, ਜਿਸ ਤਰ੍ਹਾਂ ਇੱਕ ਲੱਕੜਹਾਰ, ਉਹ ਆਪਣੀ ਕਿਰਤ ਬਣਾ ਕੇ ਉਹਦੇ ਤੋਂ ਵੱਖਰਾ ਹੈ, ਲੇਕਿਨ ਪਰਮਾਤਮਾ ਉਹਦੇ ਤੋਂ ਵੱਖਰਾ ਨਹੀਂ ਹੈ। ਉਹ ਉਹਦੇ ਵਿੱਚ ਹੀ ਮੌਜੂਦ ਹੈ, ਉਹ ਉਹਦੇ ਵਿੱਚ ਹੀ ਸਮੋਇਆ ਹੋਇਆ ਹੈ। ਕੱਲ੍ਹ ਦੇ ਵਿਚਾਰਾਂ ਦੇ ਵਿੱਚ ਆਪਾਂ ਇੱਥੇ ਤੱਕ ਪਹੁੰਚੇ ਸੀਗੇ ਕਿ ਪਰਮਾਤਮਾ ਨੇ ਨਿਰਗੁਣ ਅਵਸਥਾ ਨੂੰ ਛੱਡ ਕੇ ਸਰਗੁਣ ਅਵਸਥਾ ਵਿੱਚ ਆਏ ਹਨ। ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਤੇਮਾਲ ਕੀਤਾ। ਇੱਕ ਤੋਂ ਬਾਅਦ ਅਗਲਾ ਸ਼ਬਦ ਹੈ ਓੰਕਾਰ। ਬੜੇ ਧਿਆਨ ਦੇ ਨਾਲ ਆਪਾਂ ਨਾਲ ਗੁਰਬਾਣੀ ਦੀ ਜਪਜੀ ਸਾਹਿਬ ਦੀ ਨਾ ਸੰਥਿਆ ਵੀ ਨਾਲ ਆਪਾਂ ਕਰੀ ਜਾਣੀ ਹੈ। ਤੇ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਆਪਾਂ ਬੈਠੇ ਹੁੰਦੇ ਨਾ,
ਗੁਟਕਾ ਸਾਹਿਬ ਆਪਣੇ ਹੱਥ ਵਿੱਚ ਲੈ ਕੇ ਬੈਠੀਏ, ਨਾਲ ਆਪਣਾ ਉਚਾਰਨ ਵੀ ਹੋ ਜਾਏਗਾ। ਜਦੋਂ ਆਪਾਂ ਉਚਾਰਨ ਕਰਨਾ ਹੈ, ਜੇ ਆਪਾਂ ਸੰਥਿਆ ਲੈਣੀ, ਕਿਉਂਕਿ ਇਹ ਦੇਖਦੇ ਆ ਬਹੁਤ ਥਾਵਾਂ ਤੇ। ਹੁਣ ਦੇਖੋ ਇੱਕ ਓਂਕਾਰ ਸ਼ਬਦ ਹੈ ਨਾ, ਇਹਨੂੰ ਉਚਾਰਨ ਦਾ ਹੀ ਨਹੀਂ ਪਤਾ। ਉਹ ਕੋਈ ਕਹੀ ਜਾਂਦਾ ਓਮਕਾਰ, ਕੋਈ ਓਂਕਾਰ ਕਹੀ ਜਾਂਦਾ। ਨਹੀਂ, ਇਹਦਾ ਜਿਹੜਾ ਸਹੀ ਉਚਾਰਨ ਅਸੀਂ 3 ਹਿੱਸਿਆਂ ਵਿੱਚ ਕਰਨਾ। ਇੱਕ, ਇਹਨੂੰ ਵੱਖਰਾ ਕਰਕੇ ਬੋਲਣਾ, ਓੰ, ਫਿਰ ਕਾਰ। 3 ਹਿੱਸਿਆਂ 'ਚ ਬੋਲਣਾ। ਕਾਰ ਵੱਖਰਾ ਹੈ, ਓੰਕ ਵੱਖਰਾ ਹੈ, ਇੱਕ ਵੱਖਰਾ ਹੈ। ਹੁਣ ਜਦੋਂ ਇਹਨੂੰ ਅਸੀਂ ਇਕੱਠਾ ਬੋਲਾਂਗੇ ਤੇ ਇਹਦਾ ਉਚਾਰਨ ਬਣ ਜਾਵੇਗਾ ਇੱਕ ਓੰਕਾਰ। ਇਹਨੂੰ ਫਿਰ ਆਪਾਂ ਇਕੱਠਾ ਕਰ ਦੇਣਾ। ਓੰਗ, ਓੰਗ ਸ਼ਬਦ ਦੇ ਬਾਰੇ ਵਿਚਾਰ। ਸਨਾਤਨ ਮੱਤ ਵਿੱਚ, ਹਿੰਦੂ ਮੱਤ ਵਿੱਚ, ਹਿੰਦੂ ਗ੍ਰੰਥਾਂ ਦੇ ਵਿੱਚ ਓਮ ਸ਼ਬਦ ਵਰਤਿਆ ਗਿਆ। ਇੱਥੋਂ ਆਪਾਂ ਸ਼ੁਰੂਆਤ ਕਰਾਂਗੇ। ਓਮ ਸ਼ਬਦ ਵਰਤਿਆ ਗਿਆ। ਭਗਵਤ ਗੀਤਾ ਦੇ ਵਿੱਚ ਓਮ ਸ਼ਬਦ ਵੀ ਹੈ ਤੇ ਓਂਕਾਰ ਸ਼ਬਦ ਵੀ ਹੈ। ਦੋਨੋਂ ਸ਼ਬਦ ਵਰਤੇ ਗਏ। ਚਾਹੇ ਸ਼ਬਦ ਓਮ ਹੈ, ਚਾਹੇ ਸ਼ਬਦ ਓਂਕਾਰ ਹੈ। ਇਹ ਸ਼ਬਦ ਸਨਾਤਨ ਮੱਤ ਵਾਲੇ ਬ੍ਰਹਮ ਦਾ ਲਖਾਇਕ ਮੰਨਦੇ ਹਨ, ਬ੍ਰਹਮ ਦਾ ਵਾਚਕ ਮੰਨਦੇ ਹਨ ਕਿ ਇਹ ਰੱਬ ਵਾਸਤੇ ਹੈ। ਉਹਨਾਂ ਦੇ ਮੁਤਾਬਕ ਓਮ ਸ਼ਬਦ, ਓਂਕਾਰ ਸ਼ਬਦ ਰੱਬ ਨੂੰ ਮੰਨਦੇ ਆ। ਠੀਕ ਹੈ ਜੀ, ਅੱਗੇ ਚਲੀਏ। ਹੁਣ ਜਦੋਂ ਉਹ ਓਮ ਦੀ ਆਵਾਜ਼ ਉੱਚੀ ਕਰਕੇ ਉਚਾਰਦੇ ਆ, ਉਹ ਜਦੋਂ ਉੱਚੀ ਕਰਕੇ ਉਚਾਰਦੇ ਆ ਓਮ, ਤੇ ਇਸ ਓਮ ਦੇ ਵਿੱਚੋਂ 3 ਅੱਖਰ ਨਿਕਲਦੇ ਆ, ਐੜਾ, ਊੜਾ ਤੇ ਮੰਮਾ। 3 ਅੱਖਰ ਨਿਕਲਦੇ ਆ। ਇਹਦਾ ਮਤਲਬ ਉਹਨਾਂ ਨੇ ਓਮ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਵੀ ਇਹ 3 ਅੱਖਰਾਂ ਤੋਂ ਮਿਲ ਕੇ ਬਣਿਆ, ਐੜਾ, ਊੜਾ ਤੇ ਮੰਮਾ। ਹੁਣ ਐੜਾ ਉਹ ਮੰਨਦੇ ਆ ਆਕਾਰ, ਊੜਾ ਉਹ ਮੰਨਦੇ ਆ ਓਕਾਰ, ਤੇ ਮੰਮਾ ਉਹ ਮੰਨਦੇ ਆ ਮਕਾਰ। ਹੁਣ ਆਕਾਰ ਦਾ ਮਤਲਬ ਕੀ ਹੈ? ਹੋਰ ਇਹਦਾ ਅੱਖਰ ਮੈਂ ਤੁਹਾਡੇ ਵਾਸਤੇ ਸੌਖੇ ਕਰ ਦਿਆਂ। ਇਹਦੇ ਅਰਥ, ਆਕਾਰ ਦਾ ਅਰਥ ਹੈ ਬ੍ਰਹਮਾ। ਐੜੇ ਨੂੰ ਉਹ ਮੰਨਦੇ ਆ ਬ੍ਰਹਮਾ, ਤੇ ਜਿਹੜਾ ਓਕਾਰ ਹੈ, ਓਕਾਰ ਨੂੰ ਉਹ ਮੰਨਦੇ ਆ ਵਿਸ਼ਨੂੰ ਜੀ, ਤੇ ਜਿਹੜਾ ਮੰਮਾ ਹੈ ਉਹਨੂੰ ਉਹ ਮੰਨਦੇ ਆ ਸ਼ਿਵ ਜੀ। ਇਹਦਾ ਮਤਲਬ ਉਹਨਾਂ ਦੇ ਮੁਤਾਬਕ ਜਿਹੜਾ ਓਮ ਸ਼ਬਦ ਹੈ ਉਹਦੇ ਵਿੱਚ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਜਾਂ ਮਹੇਸ਼ ਆਪਾਂ ਕਹਿ ਲਈਏ। ਬਾਣੀ ਵਿੱਚ ਸ਼ਬਦ ਸ਼ਿਵ ਜੀ ਵੀ ਆਇਆ ਤੇ ਮਹੇਸ਼ ਵੀ ਆ ਰਿਹਾ ਗੁਰੂ ਗ੍ਰੰਥ ਸਾਹਿਬ ਵਿੱਚ। ਥੋੜਾ ਜਿਹਾ ਅੱਗੇ ਚਲੀਏ। ਉਹ ਇਹਨਾਂ ਨੂੰ ਓਮ ਸ਼ਬਦ ਨੂੰ ਇਸ ਤਰੀਕੇ ਦੇ ਨਾਲ 3 ਹਿੱਸਿਆਂ 'ਚ ਵੰਡਦੇ ਕਿ ਬ੍ਰਹਮਾ ਜਿਹੜਾ ਹੈ, ਬ੍ਰਹਮਾ ਕੀ ਕਰਦਾ? ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਜਿਹੜੇ ਵਿਸ਼ਨੂੰ ਜੀ ਹਨ ਉਹ ਸੰਸਾਰ ਦੀ ਪਾਲਣਾ ਕਰਨ ਵਾਲੇ ਹਨ, ਤੇ ਜਿਹੜੇ ਸ਼ਿਵ ਜੀ ਹਨ ਉਹ ਸੰਸਾਰ ਦੇ ਵਿੱਚ ਜਦੋਂ ਕਿਸੇ ਦਾ ਸਮਾਂ ਖਤਮ ਹੋ ਜਾਂਦਾ ਹੈ ਉਸ ਸਮੇਂ ਉਹਨਾਂ ਨੇ ਆਪਣੀ ਕਚਹਿਰੀ ਲਾਈ ਹੋਈ ਹੈ ਤੇ ਉਹ ਕਚਹਿਰੀ ਵਿੱਚ ਬੈਠੇ ਹਨ, ਉਹਨੂੰ ਵਾਪਸ ਬੁਲਾ ਲੈਂਦੇ ਹਨ। ਕਹਿਤਾ ਭਾਵ ਕਿ ਬ੍ਰਹਮਾ ਜੀ ਜਿਹੜੇ ਹਨ ਉਹ ਸੰਸਾਰ ਪੈਦਾ ਕਰਦੇ ਹਨ, ਵਿਸ਼ਨੂੰ ਉਹਨਾਂ ਨੂੰ ਰੋਟੀਆਂ ਦੇ ਰਿਹਾ, ਉਹਨਾਂ ਦੀ ਪਾਲਣਾ ਕਰ ਰਿਹਾ, ਤੇ ਜਿਹੜੇ ਸ਼ਿਵ ਜੀ ਹਨ ਉਹ ਉਹਨਾਂ ਨੂੰ ਮੌਤ ਦਿੰਦੇ ਹਨ। ਇਹ ਉਹਨਾਂ ਦੇ ਹਿਸਾਬ ਨਾਲ ਓਮ ਸ਼ਬਦ ਨੂੰ ਉਹ ਇੱਦਾਂ ਲੈਂਦੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਦੀ ਆਪਾਂ ਅੱਗੇ ਜਾ ਕੇ ਇੱਕ ਪੌੜੀ ਪੜਾਂਗੇ। ਉੱਚ ਮਹਾਰਾਜ ਕਹਿੰਦੇ ਆ ਕਿ ਇਹ ਸਾਰੇ ਨਾ ਮਾਇਆ ਤੋਂ ਪੈਦਾ ਹੋਏ ਆ। ਏਕਾ ਮਾਈ ਜੁਗਤ ਵਿਆਈ, ਮਾਇਆ ਪ੍ਰਸੂਤ ਹੋਈ ਤੇ ਉਹਦੇ ਚੋਂ ਇਹ ਤਿੰਨੋਂ ਪੈਦਾ ਹੋਏ। ਏਕਾ ਮਾਈ ਜੁਗਤ ਵਿਆਈ। ਫਿਰ ਮਹਾਰਾਜ ਕਹਿੰਦੇ 3 ਚੇਲੇ ਪ੍ਰਵਾਨ। 3 ਚੇਲੇ ਆ ਗਏ ਇੱਥੇ। 3 ਚੇਲੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਫਿਰ ਇੱਕ ਸੰਸਾਰੀ, ਇੱਕ ਸੰਸਾਰ ਬਣਾ ਰਿਹਾ, ਇੱਕ ਭੰਡਾਰੀ, ਇੱਕ ਉਹਨਾਂ ਨੂੰ ਖਾਣ ਵਾਸਤੇ ਭੰਡਾਰ ਦੇ ਰਿਹਾ, ਅੰਨ ਦਾ ਭੰਡਾਰ ਦੇ ਰਿਹਾ, ਸਾਰਾ ਕੁਝ ਦੇ ਰਿਹਾ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਦੀਵਾਨ ਦਾ ਅੱਖਰੀ ਅਰਥ ਹੈ ਲੱਗੀ ਹੋਈ ਹੈ ਕਚਹਿਰੀ। ਕਚਹਿਰੀ ਦਾ ਮਤਲਬ ਉੱਥੇ ਸਾਡੇ ਕਰਮਾਂ ਦੇ ਹੋ ਰਹੇ ਆ, ਫੈਸਲੇ ਹੋ ਰਹੇ ਆ। ਮਹਾਰਾਜ ਫਰਮਾਉਂਦੇ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ।
एक संसारी, एक भंडारी, एक लाए दीवान। अगली पंक्ति देखो, महाराज कहते जिव तिस भावै तिवे चलावे। इहदा मतलब इन्हां तिन्नां तो उपर भी कोई बैठा होया, उस बैठे होए नूं महाराज ने एक ओंकार किया है। गुरु नानक देव जी ने उस बैठे होए नूं एक ओंकार किया है। महाराज कहते जिव तिस भावे, जिद्दां उन्होंने भाउंदा है तिवे चलावे। जिव होवे फुरमान, ओ वेखे उन्हां नदर न आवे, बहुता इहो विडान। महाराज कहते नहीं, ये तीन वखरे वखरे नहीं है, ये तीन वखरे वखरे नहीं। महाराज कहते, महाराज ने इसे करके फिर जिहड़ा ओम शब्द सी ना, ओम दे उपर गुरु नानक देव जी ने उहदे उपर लाती कार, लाती जिहड़ी उपर आपां देख ना ओंकार दे उपर लंबी लाइन है इदां करके खिंची हुई है, वो लाती महाराज ने कार। ते महाराज ने इहदा फिर जिहड़ा उचारण सी ना, वो ओम छड्ड के ते महाराज ने उचारण किया ओंकार। हुण वो जिहड़ा कार उपर लगा होया उहदा अर्थ की है? वो कार दा अर्थ है एक रस व्यापक। एक रस व्यापक, एक रस व्यापक दे अर्थ की करिए आपां होर अगे सौखे अर्थ कर लीए। वो जिहड़ा एक रस व्यापक है ना, वो मर्द विच भी है, वो औरत विच भी है, वो जानवर विच भी है, वो सारियां विच है। एक रस व्यापक सारियां दे विच वो मौजूद है। ठीक है जी। हुण महाराज ने जदों ओंकार महाराज ने बनाया ना, ते ओंकार दे अगे महाराज ने एक लाया। कहंदे ये तीन नहीं है, तीन दा वखरा वखरा सीगा काम। ब्रह्मा दा काम सी पैदा करना, विष्णु दा काम सी पालना करनी, ते शिव जी दा काम सीगा मौत देनी। महाराज कहंदे नहीं, वो एक ही है, करण कारण प्रभ। देखो सानू हर गल नूं आपां गुरु ग्रंथ साहब जी तों मोहर ला के चलांगे ना, फिर सानू होएगा भी हाँ ये गल है। असी पढ़ते हैं करण कारण प्रभ एक है, दूसर नाही कोई, कोई नहीं दूसरा उहदे तो बगैर हैगा, वो सारा एक ही है परमात्मा। फिर जदों तुसी जपजी साहब पढ़ोगे ना, हुक्म दी पौड़ी पढ़ोगे, उच पंक्ति आवेगी कि उहदे हुक्म दे नाल ही साज रिहा ते उहदे हुक्म दे नाल ही वो मौत दे रिहा। परमात्मा जिहड़ा हुक्म दे नाल ही साज रिहा सृष्टि नूं। अच्छा होर थोड़ा जिहा आपां इहदा विस्तार कर लईए। ये जिहड़े ब्रह्मा विष्णु ते महेश है ना, इन्हां तिन्नां दे विच सनातन मत ने ना, इन्हां दे विच तीन गुण मन्ने आ जी। ब्रह्मा नूं मन्निया रजोगुण, रजोगुण। दूसरा विष्णु नूं मन्निया उन्हां ने सतोगुण, ते जिहड़ा शिव जी है उन्होंने मन्निया तमोगुण। तमो यानी कि आप कह लीए गुस्सा आ गया जिन्हों। सतोगुण का मतलब है किसी चीज़ की पालना करनी। हुण महाराज कहते, गुरु ग्रंथ साहब जी कहते रब दे भलिओ, ये जिहड़े रजोगुण तमोगुण ते सतोगुण है ना, ये तीनों ही कहते माया। कहते महाराज कहते रजगुण तमगुण सतगुण कही है सब तेरी है माया। महाराज कहते ये तो माया है। हुण माया की हैगी है? हुण अगे हो चलीए माया नूं आपां थोड़ा खोली। माया की है? माया किसनों आखी है? क्या माया कर्म कमाए माफ करना? माया कली पैसे नहीं हैगी। असी पैसा मन के बह गए जी पैसा माया नहीं। माया दे अखरी अर्थ करदे आ साडे विच ते परमात्मा दे विच एक दीवार है जी, बस वो दीवार है माया जिहड़ी सानू परमात्मा नाल मिल नहीं दे रही। वो दीवार पैसे भी हो सकते हैं, वो दीवार मेरी अपनी घर वाली भी हो सकती है, मेरे बच्चे भी हो सकते हैं, होर भी जड़ियाँ इस संसार दे विच गड्डियां ऐश इशरत है वो सारे माया। जे असी परमात्मा नूं नहीं मिलते ते जे साडे विच वो एक दूरी बन के बैठी, उस कोई भी हो सकता। महाराज कहते माया किसनों आखी है? क्या माया कर्म कमाए? ये माया काम की करती है? माया किसनों आखी है? क्या माया कर्म कमाए? महाराज फरमांदे दुख सुख यह जियो बद है। ये जड़ी तेरी जिंद है ना, ये दुखां ते सुखां विच कहंदे बन्नी हुई है। कहंदे ये है माया। माया किसनों आखी है? क्या माया कर्म कमाए? दुख सुख यह जियो बद है। हौमे कर्म कमाए ते बंदा माया दे विच हंकार दे सारे काम कर रहा।
ਇਹਦਾ ਮਤਲਬ ਮਾਇਆ ਹੈ ਤੇ ਹੰਕਾਰ ਹੈ। ਦੀਵਾਰ ਪੈ ਗਈ ਨਾ, ਜਿਹਨੂੰ ਮਹਾਰਾਜ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾ ਹੀ, ਕਹਿੰਦੇ ਮੈਂ ਹੀ ਹਾਂ, ਤੂੰ ਤੇ ਕਹਿੰਦੇ ਮੈਂ ਤੈਨੂੰ ਜਾਣਦਾ ਨਹੀਂ। ਬੰਦਾ ਵੀ ਕਹਿੰਦਾ ਮੈਂ ਤੈਨੂੰ ਕੀ ਜਾਣਦਾ, ਕਹਿੰਦਾ ਆਮ ਬੋਲੀ ਦੇ ਵਿੱਚ। ਪਰ ਇੱਥੇ ਮਹਾਰਾਜ ਬਾਬਾ ਰਵਿਦਾਸ ਜੀ ਨੇ ਰੱਬ ਵਾਸਤੇ ਵਰਤਿਆ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਮਹਾਰਾਜ ਕਹਿੰਦੇ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਕਹਿੰਦੇ ਮਾਇਆ ਦੇ ਕਹਿੰਦੇ ਰੂਪ ਹੈ। ਕਹਿੰਦੇ ਇੱਕ ਹੋਰ ਲੈ ਲਈਏ ਆਪਾਂ ਪ੍ਰਮਾਣ ਮਾਇਆ ਦਾ, ਮਾਇਆ ਧਾਰੀ ਅਤ ਅੰਨਾ ਬੋਲਾ। ਮਹਾਰਾਜ ਕਹਿੰਦੇ ਅੰਨਾ ਵੀ ਹੈ ਤੇ ਬੋਲਾ ਵੀ ਹੈ। ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਸ਼ਬਦ ਨਹੀਂ ਸੁਣਦਾ ਪਿਆ ਗੁਰੂ ਦਾ। ਤੇ ਫਿਰ ਉਹਨੇ ਕੀਤਾ ਕੀ ਹੋਇਆ, ਬਾਬਾ ਫਰੀਦ ਜੀ ਕਹਿੰਦੇ ਕੰਨੀ ਬੁੱਝੇ ਦੇ ਰਹਾ, ਮੈਂ ਆਪਣੇ ਕੰਨ ਕਹਿੰਦੇ ਬੰਦ ਕੀਤੇ ਹੋਏ ਆ। ਕਹਿੰਦੇ ਬੁੱਝੇ ਸਮਝਦੇ ਨਾ, ਪੁਰਾਤਨ ਸਾਡੇ ਭਾਸ਼ਾ ਹੈਗੀ ਹੈ, ਜੇ ਦਰਿਆਵਾਂ ਦੇ ਕੰਢਿਆਂ ਤੇ ਬੂਝੇ ਉੱਗਦੇ ਸੀਗੇ, ਕਾਈ ਉੱਗਦੀ ਸੀਗੀ, ਉਹਨੂੰ ਕਹਿੰਦੇ ਬੂਝੇ। ਬਾਬਾ ਫਰੀਦ ਜੀ ਕਹਿੰਦੇ ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ। ਕਹਿੰਦੇ ਜਿੰਨੀਆਂ ਮਰਜ਼ੀ ਸ਼ਬਦ ਦੀਆਂ ਹਨੇਰੀਆਂ ਆ ਜਾਣ, ਬਾਣੀ ਦੀਆਂ ਹਨੇਰੀਆਂ ਆ ਜਾਣ, ਮੈਂ ਤੇ ਆਪਣੇ ਕੰਨਾਂ ਵਿੱਚ ਦਿੱਤੇ ਬੂਝੇ, ਮੈਂ ਤੇ ਨਹੀਂ ਉਹ ਗੱਲ ਸੁਣਨੀ। ਤੁਸੀਂ ਜੋ ਮਰਜ਼ੀ ਕਹੀ ਜਾਓ, ਅੰਮ੍ਰਿਤ ਛਕ ਲਓ, ਮੈਂ ਨਹੀਂ ਉਹ ਛਕਣਾ, ਕਿਉਂਕਿ ਮੈਂ ਤੇਰੀ ਗੱਲ ਸੁਣਨੀ ਨਹੀਂ, ਕਿਉਂਕਿ ਮੈਂ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਅੱਛਾ, ਮਹਾਰਾਜ ਕਹਿੰਦੇ ਇਹ ਜਿਹੜੇ ਬ੍ਰਹਮਾ ਵਿਸ਼ਨ ਤੇ ਮਹੇਸ਼ ਹੈ ਨਾ, ਇਹ ਤੁਹਾਨੂੰ ਕਹਿੰਦੇ ਬਾਹਰ ਨਹੀਂ ਮਿਲਦੇ। ਬੜੇ ਧਿਆਨ ਨਾਲ ਸੁਣਿਓ। ਹੁਣ ਆਪਾਂ ਇਹ ਕਿੱਥੇ ਹੈ, ਇਹ ਸਾਡੇ ਸਰੀਰ ਦੇ ਅੰਦਰ ਹੈ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼। ਬੜੇ ਹੈਰਾਨ ਵਾਲੀ ਗੱਲ ਹੈ ਵੀ ਇਹ ਤਿੰਨੋਂ ਦੇਵਤੇ ਸਾਡੇ ਅੰਦਰ ਕਿੱਦਾਂ ਬੈਠੇ ਆ। ਲੋ ਜੀ ਆਪਾਂ ਇਹਨੂੰ ਖੋਲੀਏ। ਆਪਾਂ ਸਾਰੇ ਗ੍ਰਸਤੀ ਬੈਠੇ ਆ। ਅਸੀਂ ਬ੍ਰਹਮਾ ਸੰਸਾਰ ਨੂੰ ਪੈਦਾ ਕਰ ਰਿਹਾ, ਤੇ ਕੀ ਅਸੀਂ ਨਹੀਂ ਸੰਸਾਰ ਨੂੰ ਪੈਦਾ ਕਰ ਰਹੇ? ਇੱਕ ਔਰਤ ਤੇ ਇੱਕ ਮਰਦ ਦਾ ਮੇਲ ਹੁੰਦਾ ਤੇ ਬੱਚੇ ਪੈਦਾ ਹੁੰਦੇ, ਇਹ ਸੰਸਾਰ ਪੈਦਾ ਨਹੀਂ ਹੋ ਰਿਹਾ? ਹੋ ਗਿਆ, ਬ੍ਰਹਮਾ ਬਣ ਗਏ। ਮਹਾਰਾਜ ਕਹਿ ਰਿਹਾ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼। ਹੁਣ ਉਹਨਾਂ ਬੱਚਿਆਂ ਦੀ ਅਸੀਂ ਪਾਲਣਾ ਵੀ ਕਰ ਰਹੇ ਹਾਂ, ਉਹਨਾਂ ਨੂੰ ਰੋਟੀਆਂ ਵੀ ਦੇ ਰਹੇ ਹਾਂ, ਚੰਗੇ ਸਕੂਲਾਂ 'ਚ ਪਾ ਰਹੇ ਹਾਂ। ਹੁਣ ਤੀਸਰਾ ਹੈਗਾ ਸ਼ਿਵ ਜੀ ਦਾ ਗੁਣ। ਸ਼ਿਵ ਜੀ ਦਾ ਗੁਣ ਅਸੀਂ ਕੀ ਕਰਦੇ ਹਾਂ, ਜਦੋਂ ਕਿਤੇ ਬੱਚਾ ਗਲਤੀ ਕਰਦਾ ਤੇ ਕੀ ਸਾਡੇ ਅੰਦਰ ਗੁੱਸਾ ਆਂਦਾ ਜਾਂ ਨਹੀਂ ਆਂਦਾ, ਉਹਨੂੰ ਅਸੀਂ ਥੱਪੜ ਵੀ ਮਾਰਦੇ ਹਾਂ, ਝਿੜਕਦੇ ਵੀ ਹਾਂ। ਠੀਕ ਹੈ ਜੀ, ਇਹ ਹੋ ਗਿਆ। ਇੱਕ ਹੋਰ ਉਦਾਹਰਨ ਦਿਆਂ, ਅਸੀਂ ਇੱਕ ਮਕਾਨ ਬਣਾਇਆ ਆਪਣਾ, ਇਹ ਹੋ ਗਿਆ ਬ੍ਰਹਮਾ ਦਾ ਪਹਿਲਾ ਗੁਣ। ਕੋਈ ਚੀਜ਼ ਬਣੀ, ਉਸ ਮਕਾਨ ਦੀ ਅਸੀਂ ਰਖਵਾਲੀ ਕਰਦੇ ਹਾਂ, ਉਹਨੂੰ ਰੰਗ ਕਰਦੇ ਹਾਂ, ਪੇਂਟ ਕਰਦੇ ਹਾਂ। ਜੇ ਦਰਵਾਜ਼ਿਆਂ ਨੂੰ ਸਿਉਂਕ ਲੱਗ ਜਾਵੇ, ਸਿਉਂਕ ਤੋਂ ਬਚਾਉਂਦੇ ਹਾਂ, ਉਹਦੀ ਰਖਵਾਲੀ ਕਰ ਰਹੇ ਹਾਂ ਵੀ ਇਹ 100 ਸਾਲ ਤੱਕ। ਕੱਲ ਨੂੰ ਸਾਡੇ ਕੋਲ 4 ਛਿੱਲੜ ਜ਼ਿਆਦਾ ਆ ਜਾਂਦੇ ਆ, ਅਸੀਂ ਕਹਿੰਦੇ ਆ ਮਕਾਨ ਦੀ ਨਾ ਆਹ ਨੁੱਕਰ ਤੋੜ ਦਿਓ ਤੇ ਇਹ ਮਕਾਨ ਦੀ ਨੁੱਕਰ ਨਵੇਂ ਤਰੀਕੇ ਨਾਲ ਬਣਾ ਦਿਓ, ਇਹਦਾ ਡਿਜ਼ਾਈਨ ਚੇਂਜ ਕਰ ਦਿਓ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼। ਮਹਾਰਾਜ ਕਹਿੰਦੇ ਹੈ ਵੀ ਤੈਨੂੰ ਬਾਹਰਲੇ ਪਾਸੇ ਜਾਣ ਦੀ ਲੋੜ ਨਹੀਂ। ਫਿਰ ਅੱਗੇ ਚੱਲੀਏ ਆਪਾਂ। ਜਿਹੜਾ ਸਨਾਤਨ ਮਤ ਵਿੱਚ ਓਮ ਸ਼ਬਦ ਸੀ ਨਾ, ਉਹ ਓਮ ਸ਼ਬਦ ਉਹਨਾਂ ਨੇ ਰਾਖਵਾਂ ਰੱਖਿਆ ਸੀਗਾ ਉੱਚ ਜਾਤੀਆਂ ਵਾਸਤੇ। ਇਹ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ। ਔਰ ਉਹਨਾਂ ਨੇ ਨੀਵੀਂ ਜਾਤੀ, ਜਿਨ੍ਹਾਂ ਨੂੰ ਉਹ ਨੀਵੀਂ ਜਾਤੀ ਕਹਿੰਦੇ ਸਨ, ਉਹਨਾਂ ਨੂੰ ਇਹ ਸ਼ਬਦ ਉਚਾਰਨ ਦਾ ਅਧਿਕਾਰ ਨਹੀਂ ਸੀਗਾ। ਗੁਰੂ ਨਾਨਕ ਦੇਵ ਜੀ ਨੇ ਕਿਉਂ ਇਹ ਸਾਰਾ ਕੁਝ ਨਵਾਂ ਕੀਤਾ? ਦੂਸਰਾ, ਜਿਹੜਾ ਓਮ ਸ਼ਬਦ ਸੀਗਾ ਉਹ ਔਰਤਾਂ ਨਹੀਂ ਸੀ ਉਚਾਰ ਸਕਦੀਆਂ, ਔਰਤਾਂ ਨਹੀਂ ਸੀ ਉਚਾਰ ਸਕਦੀਆਂ। ਮਹਾਰਾਜ ਕਹਿੰਦੇ, ਵਿਦਵਾਨ ਲਿਖਦੇ ਹਿੰਦੂ ਧਰਮ 'ਚ, ਸਨਾਤਨ ਮਤ ਵਿੱਚ, ਕਹਿੰਦੇ ਜਿਹੜਾ ਓਮ ਸ਼ਬਦ ਸੀ ਉਹ ਉਹਨਾਂ ਨੇ ਕਿਸੇ ਖਾਸ ਵਰਗ ਵਾਸਤੇ ਰਾਖਵਾਂ ਰੱਖ ਲਿਆ ਸੀਗਾ। ਔਰ ਇਹਨੂੰ ਉਹਨਾਂ ਨੇ ਬਣਾਤਾ ਸੀਗਾ ਗੁਪਤ ਮੰਤਰ, ਕਿ ਇੱਕ ਬ੍ਰਾਹਮਣ ਦੇ ਕੋਲ, ਕਿਸੇ ਖਾਸ ਵਰਗ ਦੇ ਕੋਲ ਓਮ ਹੋ ਸਕਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੀ ਤੇ ਫਿਲਾਸਫੀ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਕਹਿੰਦੇ ਮੈਂ ਤੇ ਉਹਨਾਂ ਨੂੰ ਕਹਿੰਦੇ ਸਵੀਕਾਰ ਕਰਾਂਗਾ ਜਿਨ੍ਹਾਂ ਨੂੰ ਦੁਨੀਆ ਨੇ ਕਹਿੰਦੇ ਦੁਰਕਾਰਿਆ ਹੋਇਆ। ਨੀਚ ਜਾਤ ਵਾਸਤੇ ਓਮ ਸ਼ਬਦ ਨਹੀਂ ਸੀਗਾ। ਫਿਰ ਮਹਾਰਾਜ ਨੇ ਇਸ ਓਮ ਸ਼ਬਦ ਨੂੰ ਤੋੜਿਆ
ਕਹਿੰਦੇ ਕਿ ਤੁਸੀਂ ਤਿੰਨਾਂ ਦੇ ਵਿੱਚ ਵੰਡਿਆ ਹੋਇਆ ਹੈ। ਹੁਣ ਤਿੰਨਾਂ ਦੇ ਵਿੱਚ ਵੰਡਣ ਕਰਕੇ ਉਹਨਾਂ ਦੇ ਵਿੱਚ ਕਰਮ ਕਾਂਡਾਂ ਦਾ ਜ਼ੋਰ ਜਿਹੜਾ ਸੀ ਵੱਧ ਗਿਆ। ਜਿਹੜੀ ਅਸਲੀ ਓਮ ਦੀ ਜਿਹੜੀ ਅਧਿਆਤਮਕ ਰੌਸ਼ਨੀ ਸੀਗੀ ਉਹ ਫਿਰ ਕਰਮ ਕਾਂਡਾਂ ਨੇ ਲੁਕੋ ਦਿੱਤੀ ਸੀਗੀ, ਜਿਸ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਜਿਹੜਾ ਧਰਮ ਸੀਗਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਜਿਹੜਾ ਓਮ ਦੇ ਵਿੱਚੋਂ ਅਧਿਆਤਮਕਵਾਦ ਨਿਕਲਣਾ ਸੀਗਾ, ਅਧਿਆਤਮਕ ਗੁਣ ਨਿਕਲਣਾ ਸੀਗਾ, ਉਹ ਕਰਮ ਕਾਂਡਾਂ ਦੀ ਦਲਦਲ ਦੇ ਹੇਠਾਂ ਦੱਬਿਆ ਗਿਆ ਸੀਗਾ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਓਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਦੀ ਬਜਾਏ ਉਹਦੇ ਉੱਪਰ ਉਹਨਾਂ ਨੇ ਲਾਈ ਹੈ ਕਾਰ, ਤੇ ਕਾਰ ਲਾ ਕੇ ਅੱਗੇ ਇੱਕ ਲਾਇਆ ਤੇ ਉਹਦਾ ਬਣਾ ਦਿੱਤਾ ਇੱਕ ਓੰਕਾਰ, ਇੱਕ ਓੰਕਾਰ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਓੰਕਾਰ ਸ਼ਬਦ ਵਰਤਿਆ ਗਿਆ, ਓਨਮ ਸ਼ਬਦ ਵਰਤਿਆ ਗਿਆ ਔਰ ਓੰਗ ਸ਼ਬਦ ਵੀ ਵਰਤਿਆ ਗਿਆ। ਤਿੰਨਾਂ ਦੇ ਮੈਂ ਤੁਹਾਨੂੰ ਇੱਕ ਇੱਕ ਪ੍ਰਮਾਣ ਦਿਆਂਗਾ। ਮਹਾਰਾਜ ਕਹਿੰਦੇ ਓੰਕਾਰ ਬ੍ਰਹਮਾ ਉਤਪਤ, ਬ੍ਰਹਮਾ ਦੀ ਉਤਪਤੀ ਜਿਹੜੀ ਹੈ ਉਹ ਓੰਕਾਰ ਤੋਂ ਹੋ ਰਹੀ ਹੈ। ਇਹਦਾ ਮਤਲਬ ਫਿਰ ਅਸੀਂ ਵਿੱਚ ਵਿਚੋਲਾ ਜਿਹੜਾ ਉਹਨੂੰ ਫੜ ਕੇ ਕਿਉਂ ਲਈਏ? ਅਸੀਂ ਸਿੱਧਾ ਹੀ ਉਹਦੇ ਨਾਲ ਅਟੈਚ ਹੋਈਏ ਜਿਹੜਾ ਸਾਰਿਆਂ ਦੀ ਉਤਪਤੀ ਕਰ ਰਿਹਾ। ਮਹਾਰਾਜ ਫਰਮਾਉਂਦੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿੱਤ, ਓੰਕਾਰ ਸੈਲ ਜੁਗ ਭਏ। ਸੈਲ ਮੈਨੇ ਸ੍ਰਿਸ਼ਟੀ ਜਿਹੜੀ ਹੈ ਇਹ ਸਾਰੀ ਹੀ ਓੰਕਾਰ ਤੋਂ ਕਹਿੰਦੇ ਬਣੀ ਹੈ। ਅੱਗੇ ਓਨਮ ਅੱਖਰ, ਓਨਮ ਅੱਖਰ, ਓਨਮ ਅੱਖਰ ਸੁਨੋ ਵਿਚਾਰ। ਓਨਮ ਸ਼ਬਦ ਵੀ ਪਰਮਾਤਮਾ ਵਾਸਤੇ ਵਰਤਿਆ ਸੀਗਾ, ਮਹਾਰਾਜ ਨੇ ਉਹਨੂੰ ਚੇਂਜ ਨਹੀਂ ਕੀਤਾ। ਮਹਾਰਾਜ ਕਹਿੰਦੇ ਬਸ ਇੰਨਾ ਕਿ ਮੈਂ ਤੁਹਾਨੂੰ ਕਰਨਾ ਚਾਹੁੰਦਾ, ਜਿਹੜਾ ਤੁਸੀਂ ਓਮ ਸ਼ਬਦ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਨਾ, ਇਹਦੇ ਤਿੰਨ ਹਿੱਸੇ ਨਹੀਂ, ਇਹਦਾ ਇੱਕੋ ਹੀ ਹੈ, ਉਹ ਪਰਿਪੂਰਨ ਪਰਮਾਤਮਾ ਆਪ ਹੀ ਹੈ। ਓਨਮ ਅੱਖਰ ਸੁਨੋ ਵਿਚਾਰ, ਓਨਮ ਅੱਖਰ ਤ੍ਰਿਭਵਨ ਸਾਰ, ਤ੍ਰਿਭਵਨ ਸਾਰ ਉਹ ਹੀ ਤਿੰਨ ਭਵਨਾਂ ਨੂੰ ਬਣਾਉਣ ਵਾਲਾ ਪਰਮਾਤਮਾ ਹੈ। ਉਸ ਤੋਂ ਬਾਅਦ ਤੀਸਰਾ ਸ਼ਬਦ ਹੈ ਓੰਗ। ਓੰਗ ਊੜੇ ਦਾ ਮੂੰਹ ਖੁੱਲਾ ਤੇ ਐੜੇ ਤੇ ਲੱਗੀ ਹੋਈ ਹੈ ਟਿੱਪੀ, ਇਹ ਵੀ ਜੀ ਗੁਰੂ ਗ੍ਰੰਥ ਸਾਹਿਬ 'ਚ ਵਰਤਿਆ ਗਿਆ। ਓੰਗ ਸਾਧ ਸਤਿਗੁਰ ਨਮਸਕਾਰੰਗ, ਓੰਗ ਸਾਧ ਸਤਿਗੁਰ ਨਮਸਕਾਰੰਗ, ਅੰਤ ਆਦ ਮਦ ਅੰਤ ਨਿਰੰਕਾਰੰਗ। ਕਹਿੰਦੇ ਉਹ ਓੰਕਾਰ ਕੀ ਹੈ? ਉਹ ਆਦ ਦੇ ਵਿੱਚ ਵੀ ਹੈ, ਉਹ ਮੱਧ ਦੇ ਵਿੱਚ ਵੀ ਹੈ, ਤੇ ਉਹ ਜਦੋਂ ਇਸ ਸ੍ਰਿਸ਼ਟੀ ਦਾ ਅੰਤ ਹੋ ਜਾਣਾ ਨਾ ਉਦੋਂ ਵੀ ਉਹ ਕਹਿੰਦੇ ਮੌਜੂਦ ਹੈ। ਮਹਾਰਾਜ ਕਹਿੰਦੇ ਓੰਗ ਸਾਧ ਸਤਿਗੁਰ ਨਮਸਕਾਰੰਗ, ਮੈਂ ਉਹਨੂੰ ਮੇਰੀ ਨਮਸਕਾਰ ਹੈ ਜਿਹਦੇ ਤੋਂ ਕਹਿੰਦੇ ਗੁਰੂ ਪੈਦਾ ਹੋਇਆ, ਜਿਹਦੇ ਤੋਂ ਕਹਿੰਦੇ ਸਤਿਗੁਰੂ ਪੈਦਾ ਹੋਇਆ, ਕਿਉਂਕਿ ਉਹ ਇਤਨਾ ਸਮਰੱਥ ਹੈ ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ। ਆਦ ਅੰਤ, ਆਦ ਵਿੱਚ ਵੀ ਹੈ ਤੇ ਅੰਤ ਵਿੱਚ ਵੀ ਹੈ, ਸ਼ੁਰੂਆਤ ਵਿੱਚ ਵੀ ਹੈ ਤੇ ਜਦੋਂ ਅੰਤ ਹੋ ਜਾਵੇਗਾ ਉਦੋਂ ਵੀ ਹੈ। ਇਹਨਾਂ ਤਿੰਨਾਂ ਨੂੰ ਮਹਾਰਾਜ ਨੇ ਇਕੱਠਾ ਕਰਕੇ ਮਹਾਰਾਜ ਨੇ ਬਣਾ ਦਿੱਤਾ ਇੱਕ ਓੰਕਾਰ। ਇਹਨਾਂ ਦੋਨਾਂ ਨੂੰ ਮਹਾਰਾਜ ਨੇ ਇਕੱਠਾ ਕਰਕੇ ਬਣਾਤਾ ਇੱਕ ਓੰਕਾਰ। ਹੁਣ ਅੱਗੇ ਚਲੀਏ ਆਪਾਂ। ਹੁਣ ਇੱਕ ਓੰਕਾਰ ਦੀ ਬੰਤਰ ਮਹਾਰਾਜ ਕਹਿੰਦੇ ਜਿਹੜਾ ਇੱਕ ਓੰਕਾਰ ਹੈ ਨਾ, ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਵਿਦਵਾਨ ਨੂੰ ਰਾਤੀ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਕਿ ਦੁਨੀਆ ਨੇ ਧਰਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਇੱਕ ਧਰਮ ਹੈ ਸਾਮੀ ਧਰਮ, ਜਿਹੜੇ ਪੱਛਮ ਦੇ ਲੋਕ ਮੰਨਦੇ ਆ। ਸਾਮੀ ਧਰਮ ਦੇ ਵਿੱਚ ਆ ਰਹੇ ਹਨ ਯਹੂਦੀ, ਈਸਾਈ, ਪਾਰਸੀ ਤੇ ਮੁਸਲਮਾਨ। ਉਹਨਾਂ ਨੂੰ ਕਹਿੰਦੇ ਆ ਸਾਮੀ ਧਰਮ। ਦੂਸਰਾ ਧਰਮ ਹੈ ਵੈਦਿਕ ਧਰਮ, ਉਹ ਹੈ ਪੱਛਮ ਦਾ ਤੇ ਇਹ ਹੈ ਪੂਰਬ ਦਾ। ਹੁਣ ਪੂਰਬ ਦੇ ਧਰਮ ਦੇ ਵਿੱਚ ਕੌਣ ਆ ਰਹੇ ਆ? ਵੈਦਿਕ ਧਰਮ ਵਿੱਚ ਆ ਰਹੇ ਆ ਬੋਧੀ ਆ ਰਹੇ ਆ, ਜੈਨੀ ਆ ਰਹੇ ਆ, ਸਨਾਤਨੀ ਆ ਰਹੇ ਆ ਤੇ ਹਿੰਦੂ ਆ ਰਹੇ ਆ। ਇਹ ਵੈਦਿਕ ਧਰਮ 'ਚ ਆ ਰਹੇ ਆ। ਸਾਮੀ ਧਰਮ ਵਾਲੇ ਦੋ ਰੱਬ ਮੰਨਦੇ ਆ ਜੀ। ਸਾਮੀ ਧਰਮ ਵਾਲੇ ਦੋ ਰੱਬ ਮੰਨਦੇ ਆ।
एक रब वो मनते है जिहड़ा इस सृष्टि नूं बना रहा, ते दूजा रब वो मनते है जिहड़ा इस सृष्टि नूं विनाशकार कर रहा। उन्हां दी भाषा दे विच एक रब आपां अल्लाह कह लीए या गॉड कह लीए, ते दूसरा वो मनते है शैतान नूं। इस्लाम धर्म वाले शैतान नूं ही मनते हैं। मैं तुहानूं एक उदाहरण दियां जिहड़ी मेरे नाल प्रैक्टिकल हुई है। मैं ना 1992 दे विच मैं सऊदी अरब सीगा, ते साडे कमरे दे विच ना मैं अपने दोस्त दे घरे गया, ते उहदे घरे ना गुरु नानक देव जी की फोटो लगी सीगी। ते वो जिहड़ा उत्थे दा मुसलमान सी सऊदी अरब दा, वो मालक उहनूं मिलण आया। मैं सामने सी उत्थे, जदों मिलण आया तो उन्हें जदों गुरु नानक की फोटो देखी ना, तो कहंदा ये शैतान है। कहंदा क्यों किया उन्होंने? क्योंकि कहंदा इन्हें साडा मक्का कहंदा घुमाता सी। कहंदा वो मेरे तां मैं शब्द वरतिया, शैतान भी वो एक रब मनते हैं तो दूसरा शैतान मनते हैं। हुण आपां वैदिक धर्म की गल करिए, वैदिक धर्म विच 3 रब मन्ने गए हैं जी, जिन्हां दी आपां पहला विचार कर चुके हैं। ब्रह्मा, विष्णु ते महेश, ते नाल उन्होंने 33 करोड़ देवी देवते वगैरह 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 पूरी फौज उन्होंने इकट्ठी की हुई है। हुण देखो गुरु नानक देव जी महाराज का धर्म, असी कहने हैं कि गुरु नानक देव जी ने धर्म नहीं चलाया, गुरु नानक देव जी ने नवा कुछ नहीं किया। महाराज ने नवा की किया? सामी धर्म वाले 2 रब मनते हैं, हिंदू धर्म वाले 3 रब मनते हैं। गुरु नानक देव जी महाराज कहते हैं कि ना धर्म 2 हन रब, ना 3 हन, वो जो कुछ भी है कहते वो अपने आप दे विच कहते इकल्ला ही है। कहते वो अपने आप च कहते इकल्ला ही है, उहदा कहते कोई भी शरीक जिहड़ा वो नहीं है। ते उस इकल्ले का नाम है जी एक ओंकार। उस इकल्ले का नाम की है? एक ओंकार। ते एक ओंकार जिहड़ा ना, भाई गुरदास जी की लिखते हैं, कहते एकम एकंकार लिख दिखालिया, ओंकार ऊड़ा पास बहालिया। समझ गए? भाई गुरदास जी कहते एक बनिया ते एक दे लागे ऊड़ा बिठाता, कहते गुरु नानक देव जी ने। भाई गुरदास जी कहते कि एक ओंकार जिहड़ा, चाहे तुसी साध संगत जी ओंकार कह लो, चाहे तुसी ओनम कह लो, चाहे तुसी ओ अंग कह लो, चाहे तुसी एकंकार कह लो, क्योंकि बाणी विच शब्द एकंकार भी वरतिया गया। कल आपां प्रमाण लिया सी ना, एकम एकंकार निराला, अमर अजोनी जोत ना जाला, अमर अजोनी जोत ना जाला। ये एकंकार शब्द ओंकार कह लीए, ये सारे ही प्रायवाची शब्द है, ये सारे ही समान अर्थक शब्द है, ये सारे ही परिपूर्ण परमात्मा दे वास्ते है। हुण अगे चलीए आपां। एक ओंकार ना गुरु नानक देव जी महाराज दे आत्मा दे विचों निकलिया होया रहस्यवादी ब्रह्मवाचक वो परमात्मा का नाम है। ते जेड़ा भी, चाहे वो सिख होवे चाहे वो गैर सिख होवे, जदों वो एक ओंकार नूं प्यार दे नाल जपदा ना, जदों उहदे नाल जुड़दा ना, ते उदों वो गुरु नानक दी आत्मा तक पहुंच रहा, उदों वो गुरु नानक देव जी दी आत्मा तक पहुंच रहा। ते जेड़ा फिर गुरु नानक देव जी दी आत्मा तक पहुंच रहा ना, फिर गुरु नानक देव जी ओदी बांह फड़ के ते निरंकार नूं फड़ा रहे हैं। मैं फिर रिपीट करा, एक ओंकार गुरु नानक देव जी दी आत्मा दे विचों निकलिया होया रहस्यवादी ब्रह्मवाचिक वो अनुभव है। जेड़ा इसका जाप करता है, गुरु नानक देव जी दी वो आत्मा तक पहुंचता है। जदों वो गुरु नानक देव जी दी आत्मा तक पहुंचता है, ते गुरु नानक देव जी ओदी बांह फड़ के संसार दे विचों ते निरंकार दे कोल ओदी बांह
ਫੜਾ ਦਿੰਦੇ ਹਨ। ਸੋ ਮੈਂ ਬੇਨਤੀ ਕਰਨਾ ਚਾਹੁੰਦਾ, ਸਿੱਖਾ ਤੇਰੇ ਵਾਸਤੇ ਕੋਈ ਮੜੀਆਂ, ਕੋਈ ਮਸਾਣਾ ਕਿਸੇ ਪਾਸੇ ਨਹੀਂ ਸਿੱਖ ਨੇ ਜਾਣਾ। ਜੇ ਜਾਪ ਕਰਨਾ ਤੇ ਪੂਜਾ ਕਰਨੀ ਹੈ ਤੇ ਕੱਲੇ ਇੱਕ ਓੰਕਾਰ ਦੀ ਕਰਨੀ ਹੈ, ਇੱਕ ਓੰਕਾਰ। ਅੱਗੇ ਚਲੀਏ, ਦੂਸਰਾ ਸ਼ਬਦ ਹੈ ਜੀ ਸਤ ਨਾਮ। ਹੁਣ ਸਤਨਾਮ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ। ਇੱਕ ਹੋਰ ਬੇਨਤੀ ਕਰਦੇ ਹਾਂ, ਇੱਕ ਓੰਕਾਰ ਦਾ ਵਿਸਥਾਰ ਕਰ ਰਿਹਾ ਜਪਜੀ ਸਾਹਿਬ। ਜਪਜੀ ਸਾਹਿਬ ਦਾ ਵਿਸਥਾਰ ਕਰ ਰਿਹਾ ਪੂਰਾ ਗੁਰੂ ਗ੍ਰੰਥ ਸਾਹਿਬ। ਅਗਰ ਤੁਸੀਂ ਜਪਜੀ ਸਾਹਿਬ ਦਾ ਵਿਸਥਾਰ ਦੇਖਣਾ ਚਾਹੁੰਦੇ ਹੋ ਤੇ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨਾ ਪਵੇਗਾ। ਅਗਰ ਤੁਸੀਂ ਇੱਕ ਓੰਕਾਰ ਦਾ ਵਿਸਥਾਰ ਦੇਖਣਾ ਚਾਹੁੰਦੇ ਹੋ ਤੇ ਤੁਹਾਨੂੰ ਜਪਜੀ ਸਾਹਿਬ ਨਾਲ ਜੋੜਨਾ ਪਵੇਗਾ। ਤੇ ਜਪਜੀ ਸਾਹਿਬ ਦੇ ਵਿੱਚ ਕੀ ਰੱਖਿਆ ਮਹਾਰਾਜ ਨੇ, ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਉਹਦੀ ਵਿਆਖਿਆ ਕਰ ਰਹੇ ਆ। ਇਹਦਾ ਮਤਲਬ ਇੱਕ ਓੰਕਾਰ ਤੋਂ ਨਾਲ ਜਪਜੀ ਸਾਹਿਬ ਤੇ ਜਪਜੀ ਸਾਹਿਬ ਤੋਂ ਅੱਗੇ ਹੈ ਗੁਰੂ ਗ੍ਰੰਥ ਸਾਹਿਬ ਜੀ। ਇਹਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦਾ ਪੂਰੇ ਦਾ ਤਤ ਭਾਵ ਕੀ ਹੈ? ਇੱਕ ਓੰਕਾਰ। ਤਤ ਭਾਵ ਕੀ ਹੈ? ਇੱਕ ਓੰਕਾਰ। ਤੇ ਇੱਕ ਨਾ ਵਿਦਵਾਨ ਬੜਾ ਪਿਆਰਾ ਲਿਖਦਾ, ਕਹਿੰਦਾ ਜੇਕਰ ਕੋਈ ਤੁਹਾਨੂੰ ਇਹ ਪੁੱਛੇ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਹਨ, ਥੋੜੇ ਸ਼ਬਦਾਂ ਦੇ ਵਿੱਚ ਉਹਦਾ ਜਵਾਬ ਦੇਣਾ ਹੋਵੇ, ਤੁਸੀਂ ਉਹਦਾ ਕੀ ਜਵਾਬ ਦਿਓਗੇ? ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਦੇਣੀ ਹੋਵੇ। ਵੈਸੇ ਤੇ ਆਪਾਂ ਨਹੀਂ ਕਰ ਸਕਦੇ ਪਰਿਭਾਸ਼ਿਤ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡਾ ਮਹਾ ਸਮੁੰਦਰ ਹੈ, ਮਹਾ ਖਜ਼ਾਨਾ ਹੈ, ਜਿਹੜਾ ਇਸ ਉਮਰ ਤਾਂ ਕੀ ਪਤਾ ਨਹੀਂ ਕਿੰਨੇ ਕੁ ਜਨਮ ਲੈ ਲਈਏ ਤਾਂ ਵੀ ਆਪਾਂ ਇਹਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ। ਪਰ ਫਿਰ ਵੀ ਉਹ ਵਿਦਵਾਨ ਦੀ ਗੱਲ ਕਹਿੰਦਾ ਗੁਰੂ ਗ੍ਰੰਥ ਸਾਹਿਬ ਕੀ ਹੈ? ਕਹਿੰਦਾ ਸਭ ਤੋਂ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦੀ ਗੱਲ ਕੀਤੀ ਗਈ ਹੈ। ਦੂਸਰਾ, ਸੱਚ ਤੱਕ ਕਿੱਦਾਂ ਪਹੁੰਚਣਾ ਹੈ ਉਹ ਤਰੀਕੇ ਦੱਸੇ ਗਏ ਹਨ। ਤੀਸਰਾ, ਜਿਨ੍ਹਾਂ ਨੇ ਸੱਚ ਨੂੰ ਪਾਲਿਆ ਹੈ ਉਹਨਾਂ ਦਾ ਜੀਵਨ ਹੈ, ਤੇ ਜਿਹੜੇ ਸੱਚ ਤੋਂ ਕਹਿੰਦਾ ਵਾਂਝੇ ਰਹਿ ਗਏ ਹੈ ਉਹਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਲਿਖਿਆ ਆ। ਮੇਰੀ ਗੱਲ ਸਮਝ ਗਏ ਨਾ? ਸੱਚ ਦੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਸੱਚ ਤੱਕ ਪਹੁੰਚਣਾ ਕਿੱਦਾਂ ਹੈ ਉਹਦੇ ਬਾਰੇ ਦੱਸਿਆ ਹੈ ਮਹਾਰਾਜ ਨੇ। ਇੱਕ ਆਪਾਂ ਪ੍ਰਮਾਣ ਲੈ ਲਈਏ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਇਹ ਹੈ ਸੱਚ ਤੱਕ ਪਹੁੰਚਣ ਦਾ ਰਸਤਾ। ਇੱਕ ਛੋਟਾ ਜਿਹਾ ਤੁਹਾਨੂੰ ਮੈਂ ਦਿੱਤਾ ਹੈਗਾ, ਉਦਾਹਰਨ ਦਿੱਤੀ ਹੈ। ਮਹਾਰਾਜ ਫਰਮਾਉਂਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੱਚ ਕੀ ਹੈ? ਸੱਚ ਤੱਕ ਸਾਡੀ ਪਹੁੰਚ ਕਿਵੇਂ ਹੋਵੇ? ਜਿਨ੍ਹਾਂ ਨੇ ਸੱਚ ਨੂੰ ਪਾਲਿਆ ਹੈ ਉਹਨਾਂ ਦਾ ਜੀਵਨ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਜਿਹੜੇ ਸੱਚ ਤੋਂ ਵਿਰਵੇ ਰਹਿ ਗਏ ਆ, ਵਾਂਝੇ ਰਹਿ ਗਏ ਆ, ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ। ਇਹ ਉਹ ਥੋੜੇ ਜਿਹੇ ਅੱਖਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿਚਾਰ ਕਰਦਾ। ਮੈਂ ਵਿਚਾਰ ਸ਼ੁਰੂ ਕਰਨ ਲੱਗਾ ਸੀਗਾ ਸਤਨਾਮ ਦੀ। ਸਤ ਸ਼ਬਦ ਜਿਹੜਾ ਨਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ। ਇੱਕ ਸ਼ਬਦ ਸਤ ਤੇ ਦੂਜਾ ਹੈ ਨਾਮ। ਪਹਿਲਾਂ ਆਪਾਂ ਸਤ ਦੀ ਵਿਚਾਰ ਕਰਾਂਗੇ। ਸਤ ਦਾ ਸਾਧ ਸੰਗਤ ਜੀ ਅਖਰੀ ਅਰਥ ਕੀ ਹੈ? ਸਤ ਦਾ ਅਖਰੀ ਅਰਥ ਹੈ ਜਿਹੜਾ ਮਿਟ ਨਹੀਂ ਸਕਦਾ, ਜਿਹਦੀ ਹੋਂਦ ਨਿਰੰਤਰ ਹੈ, ਜਿਹਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ, ਉਹਦਾ ਨਾਮ ਸਤ ਹੈ। ਉਹਦਾ ਨਾਮ ਸਤ ਹੈ, ਜਿਹਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਖਤਮ ਨਹੀਂ ਕਰ ਸਕਦੀ। ਉਹਦੀ ਹੋਂਦ ਹੈ, ਉਹ ਸਦੀਵੀ ਹੈ, ਉਹ ਕਦੀ ਵੀ ਖਤਮ ਨਹੀਂ ਹੋ ਸਕਦਾ, ਉਹਨੂੰ ਸਤ ਕਿਹਾ ਗਿਆ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਰਾਮਦਾਸ ਜੀ ਸਾਨੂੰ ਹੁਕਮ ਕਰਦੇ ਆ, ਜਪ ਮਨ ਸਤਨਾਮ ਸਦਾ ਸਤਨਾਮ। ਸਤਨਾਮ ਦਾ ਕਹਿੰਦੇ ਜਪ ਕਰ, ਕਹਿੰਦੇ ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਚਨ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਆਪ ਜੀ ਗੁਰਦੁਆਰਾ ਸਾਹਿਬ ਆਉਂਦੇ ਹੋ, ਰਸਤੇ ਦੇ ਵਿੱਚ ਆਉਂਦਿਆਂ ਨਾ ਤੁਸੀਂ, ਮੇਰੀ ਬੇਨਤੀ ਹੈ ਤੁਹਾਨੂੰ, ਜ਼ਿਆਦਾ ਨਹੀਂ ਤੇ ਅਸੀਂ
ਮੂਲ ਮੰਤਰ ਦਾ ਪਾਠ ਅਸੀਂ ਕਰਦੇ ਆਈਏ। ਤੁਸੀਂ ਕਦੀ ਇਹ ਕਰਕੇ ਦੇਖਿਓ, ਜਦੋਂ ਤੁਸੀਂ ਪਾਠ ਕਰਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਹੋ, ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਹੋ, ਫਿਰ ਬੈਠਦੇ ਹੋ, ਕਥਾ ਵਿਚਾਰ ਹੁੰਦੀ ਹੈ, ਕੀਰਤਨ ਹੁੰਦਾ, ਤੁਹਾਡੇ ਅੰਦਰ ਇੱਕ ਨਵਾਂ ਰਸ ਜਿਹੜਾ ਨਾ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਉਹ ਨਵਾਂ ਤੁਹਾਨੂੰ ਇੱਕ ਰਸ ਮਿਲੇਗਾ। ਸੰਤ ਅਤਰ ਸਿੰਘ ਜੀ ਮਸਤੂਬਾਣਾ ਵਾਲੇ ਕਿਆ ਕਰਦੇ ਸਨ? ਕਹਿੰਦੇ ਇੱਕ ਪੈਰ ਦੇ ਨਾਲ ਗੁਰਦੁਆਰੇ ਜਾਂਦਿਆਂ ਵਾਹੇ ਕਿਆ ਕਰ ਤੇ ਦੂਜੇ ਦੇ ਨਾਲ ਗੁਰੂ ਕਿਆ ਕਰ। ਤੇ ਬੀਬੀਆਂ ਨੂੰ ਕਹਿੰਦੇ ਸੀ, ਕਹਿੰਦੇ ਮੇਰੀਏ ਧੀਏ, ਜਦੋਂ ਤੂੰ ਆਟਾ ਗੁੰਨਦੀ ਨਾ, ਇੱਕ ਮੁੱਠੀ ਦੇ ਨਾਲ ਜਦੋਂ ਤੂੰ ਮਾਰਦੀਆਂ ਉਹਦੇ ਨਾਲ ਵਾਹੇ ਤੇ ਦੂਜੇ ਹੱਥ ਦੇ ਨਾਲ ਗੁਰੂ ਕਿਆ ਕਰ। ਉਹ ਫਿਰ ਤੇਰਾ ਆਟਾ ਜਿਹੜਾ ਨਾ ਉਹ ਇੱਦਾਂ ਕਹਿੰਦੇ ਉਹ 'ਚੋਂ ਰੋਟੀਆਂ ਪੱਕਣਗੀਆਂ ਕਿ ਉਹ ਰੋਟੀਆਂ ਨਹੀਂ ਹੋਣਗੀਆਂ, ਉਹ ਗੁਰੂ ਦਾ ਲੰਗਰ ਹੀ ਕਹਿੰਦੇ ਬਣ ਜਾਵੇਗਾ। ਪੁਰਾਤਨ ਮਾਵਾਂ ਸਾਡੀਆਂ ਜਦੋਂ ਬੱਚੇ ਦਾ ਜੂੜਾ ਕਰਦੀਆਂ ਸੀ ਨਾ, ਤੇ ਜਦੋਂ ਸਿਰ ਦੇ ਵਿੱਚ ਕੰਘੀ ਫੇਰਦੀਆਂ ਸੀਗੀਆਂ, ਕੰਘੀ ਫੇਰਦਿਆਂ ਫੇਰਦਿਆਂ ਮਾਵਾਂ ਜਪਜੀ ਸਾਹਿਬ ਦਾ ਪਾਠ ਬਾਣੀ ਜਿਹੜੀ ਹੈ ਉਹ ਜਿੰਨੀ ਕੁ ਉਹਨਾਂ ਨੂੰ ਯਾਦ ਸੀਗੀ ਉਹ ਕਰਦੇ ਸੀ। ਦੂਸਰਾ, ਕੱਲ ਆਪਾਂ ਇੱਕ ਬਚਨ ਲਿਆ ਸੀ, ਮੈਂ ਵੀ ਬਾਅਦ ਵਿੱਚ ਨਾ ਆਪਣੀ ਜਾ ਕੇ ਕਥਾ ਸੁਣੀ ਹੈ ਤੇ ਮੇਰਾ ਦਿਲ ਕੀਤਾ ਵੀ ਮੈਂ ਅੱਜ ਵੀ ਰਿਪੀਟ ਕਰਾਂ, ਤੇ ਮੈਂ ਰੋਜ਼ ਰਿਪੀਟ ਕਰਾਂਗਾ। ਸਿੱਖ ਗੁਰੂ ਕਾ ਹੋਏ ਗਇਓ, ਕਵੀ ਸੰਤੋਖ ਸਿੰਘ ਜੀ। ਸਿੱਖ ਗੁਰੂ ਕਾ ਹੋਏ ਗਇਓ, ਆਪਣੇ ਆਪ ਨੂੰ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ। ਪੁੱਛਿਆ ਵੀ ਗੁਰੂ ਦੇ ਸਿੱਖ ਤੇ ਹੈਗਾ ਤੂੰ? ਤੇ ਉਹਨੇ ਪੁੱਛਿਆ ਵੀ ਜਪਜੀ ਤੈਨੂੰ ਯਾਦ ਹੈ? ਕਹਿੰਦਾ ਉਹ ਤੇ ਮੈਨੂੰ ਯਾਦ ਨਹੀਂ ਹੈ। ਹੁਣ ਕਵੇ ਮੇਰੇ ਬਾਪ ਦਾ ਨਾਮ ਆ ਹੈ ਤੇ ਬਾਪ ਦਾ ਨਾਮ ਨਹੀਂ ਪਤਾ, ਬਾਪ ਦੇ ਬਾਰੇ ਨਹੀਂ ਪਤਾ, ਤੇ ਅਸੀਂ ਵਿਸ਼ਵਾਸ ਕਰ ਲਾਂਗੇ ਵੀ ਤੂੰ ਇਹਦਾ ਪੁੱਤਰ ਹੈ। ਸਿੱਖ ਗੁਰੂ ਕਾ ਹੋਏ ਗਇਓ, ਜਪਜੀ ਕੰਠ ਨ ਕੀਨ, ਤੰਦੁਲ ਬਿਨ ਤੁਖ ਕਹੇ ਕਾਮ, ਤੈਸੇ ਸਿੱਖ ਕੋ ਚੀਨ। ਤੰਦੁਲ ਦਾ ਅੱਖਰੀ ਅਰਥ ਹੈ ਚੌਲਾਂ ਦਾ ਦਾਣਾ। ਚੌਲਾਂ ਦੇ ਦਾਣੇ ਦੇ ਆਸੇ-ਪਾਸੇ ਹੁੰਦਾ ਛਿੱਕੜ, ਜਿਹਨੂੰ ਬਾਅਦ ਵਿੱਚ ਜਿਹਦੀ ਫੱਕ ਬਣ ਜਾਂਦੀ ਹੈ। ਕਹਿੰਦੇ ਉਹ ਜਿਹੜੀ ਫੱਕ ਨਾ, ਛਿੱਕੜ ਹੈ, ਉਹਦੀ ਵੀ ਉਦੋਂ ਤੱਕ ਕੀਮਤ ਹੈ ਜਦੋਂ ਤੱਕ ਉਹਨੇ ਚੌਲਾਂ ਦੇ ਦਾਣੇ ਨੂੰ ਲਪੇਟ ਕੇ ਰੱਖਿਆ ਹੋਇਆ। ਜਦੋਂ ਚੌਲਾਂ ਦਾ ਦਾਣਾ ਉਹ ਚੋਂ ਵੱਖ ਹੋ ਗਿਆ ਤੇ ਉਹ ਜਿਹੜੀ ਫੱਕ ਬਣ ਗਈ, ਉਹਦੀ ਕੀਮਤ ਕਹਿੰਦੇ ਖਤਮ ਹੋ ਗਈ। ਉਹਦੀ ਜਿਹੜੀ ਕੀਮਤ ਹੈ, ਕਿਉਂਕਿ ਓਨੀ ਦੇਰ ਤੱਕ ਹੈ ਜਦੋਂ ਤੱਕ ਚੌਲ ਜਿਹੜੇ ਆ ਉਹ ਸਾਡੇ ਖੇਤਾਂ ਦੇ ਵਿੱਚ ਲਹਿਰਾ ਰਹੇ ਆ। ਜਦੋਂ ਖੇਤਾਂ ਚੋਂ ਚੌਲ ਨਿਕਲਦੇ ਆ, ਉਹਨੂੰ ਵੱਢਦੇ ਆ, ਮੰਡੀ ਵੇਚਦੇ ਆ, ਉਹ ਦਾਣੇ ਵੱਖ ਹੁੰਦੇ ਆ, ਉਹ ਫੱਕ ਦੀ ਜਿਹੜੀ ਕੀਮਤ ਕਹਿੰਦੇ ਕੋਈ ਨਹੀਂ। ਕਹਿੰਦੇ ਸਿੱਖਾ ਤੇਰੇ ਵੀ ਇਹ ਹਾਲਾਤ ਹੈ। ਸਿੱਖ ਗੁਰੂ ਕਾ ਹੋਏ ਗਇਓ, ਜਪਜੀ ਕੰਠ ਨ ਕੀਨ, ਤੰਦਲ ਬਿਨ ਤੁਖ ਕਹੇ ਕਾਮ। ਜੇ ਦਾਣਾ ਨਹੀਂ ਹੈ ਤੇ ਫੱਕ ਦੀ ਕਹਿੰਦੇ ਕੋਈ ਕੀਮਤ ਨਹੀਂ ਹੈ। ਜੇ ਜਪਜੀ ਨਹੀਂ ਹੈ ਤੇ ਤੇਰੀ ਵੀ ਕਹਿੰਦੇ ਕੋਈ ਕੀਮਤ ਨਹੀਂ ਹੈ ਤੇਰੇ ਜੀਵਨ ਦੀ। ਕਹਿੰਦੇ ਜਪਜੀ ਤੋਂ ਬਗੈਰ ਤੇਰਾ ਜੀਵਨ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਉਹ ਫੱਕ ਹੈ, ਉਹ ਛਿੱਕੜ ਹੈ, ਜਿਹਦੇ ਤੋਂ ਕਹਿੰਦੇ ਚੌਲਾਂ ਦਾ ਦਾਣਾ ਵੱਖਰਾ ਹੋ ਗਿਆ। ਸੋ ਮੇਰੇ ਕਹਿਣ ਤੋਂ ਭਾਵ, ਮੇਰੀ ਬੇਨਤੀ ਹੈ, ਜਪਜੀ ਸਾਹਿਬ ਨੂੰ ਕੰਠ ਕਰੋ, ਰੋਜ਼ ਦੀਆਂ 5-5 ਪੌੜੀਆਂ ਪੜੋ। 1 ਮਹੀਨਾ ਤੁਸੀਂ ਲਗਾ ਲਓ, ਆਪਣੇ ਆਪ ਨੂੰ ਬਦਲ ਦਿਓ। ਫੋਨ ਤੇ ਨਜਾਇਜ਼ ਗੱਲਾਂ ਕਰਨ ਦੀ ਬਜਾਏ, ਨਜਾਇਜ਼ ਫੋਨ ਐਵੇਂ ਪੁੱਛੀ ਜਾਣਾ ਕੀ ਪਕਾਇਆ, ਕੀ ਖਾਦਾ, ਕੀ ਰਿੱਧਾ, ਇਹ ਗੱਲਾਂ ਛੱਡ ਦਿਓ। 1 ਮਹੀਨਾ ਜਪਜੀ ਦੀਆਂ 5-5 ਪੌੜੀਆਂ ਰੋਜ਼ਾਨਾ ਰਿਪੀਟ ਕਰੋ। ਰੋਜ਼ਾਨਾ ਰਿਪੀਟ ਕਰੋ, ਉਹ ਪੌੜੀਆਂ ਤੁਹਾਡੇ ਹਿਰਦੇ ਦੇ ਵਿੱਚ ਵਸ ਜਾਣਗੀਆਂ। ਉਹ ਪੌੜੀਆਂ ਤੁਹਾਡੇ ਹਿਰਦੇ ਦੇ ਵਿੱਚ ਆਰਾਮ ਦੇ ਨਾਲ ਤੁਹਾਨੂੰ ਜਪਜੀ ਕੰਠ ਹੋ ਜਾਏਗਾ। ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਵੀ ਗੁਰੂ ਨਾਨਕ ਦੇ ਸਿੱਖ ਹਾਂ। ਸਿੱਖ ਗੁਰੂ ਕਾ ਹੋਈ ਗਇਓ, ਜਪਜੀ ਕੰਠ ਨ ਕੀਨ, ਤੰਦੁਲ ਬਿਨ ਤੁਖ ਕਹੇ ਕਾਮ। ਕਹੇ ਕਾਮ ਕਹਿੰਦੇ ਮਹਾਰਾਜ ਕਹਿੰਦੇ ਤੈਸੇ ਸਿੱਖ ਕੋ ਚੀਨ। ਇਸ ਤਰ੍ਹਾਂ ਦੇ ਕਹਿੰਦੇ ਸਿੱਖ ਦੇ ਹਾਲਾਤ ਹੈ। ਅਗਲਾ ਆਪਾਂ ਸ਼ਬਦ ਲਿਆ ਸੀ ਸਤ। ਸਤ ਦਾ ਅੱਖਰੀ ਅਰਥ ਹੈ ਜਿਹੜਾ ਸਦੀਵੀ ਹੈ, ਜਿਹਨੇ ਖਤਮ ਨਹੀਂ ਹੋਣਾ। ਦੁਨੀਆ ਖਤਮ ਹੋ ਸਕਦੀ ਹੈ ਲੇਕਿਨ ਸਤ ਨਹੀਂ।
सत जिहड़ा वो हमेशा है, परमात्मा हमेशा है। महाराज इत्थे कहंदे गुरु रामदास जी सानू हुक्म करदे आ, जप मन सतनाम सदा सत नाम। गुरु रामदास जी महाराज एक होर मैं दियां आप जी नूं प्रमाण, फिर मैं समाप्ति वाल आवां। गुरु अर्जुन देव जी महाराज ना सतनाम दे बारे गल करते हैं। महाराज कहते हैं कि जेड़े परमात्मा दे होर आपां नाम देखते ना, जिद्दां आपां नाम देखते हैं गोपाल, गोबिंद, ये सारे नाम रब दे रखे है गुरु ग्रंथ साहब विच। इन्हां दे अर्थ करदे हां। गोपाल, गो नूं वखरा कर दो ते पाल नूं वखरा कर दो। गो दा अखरी अर्थ है धरती ते पाल दा अखरी अर्थ है पालना करने वाला। जेड़ा धरती दी पालना करदा उन्हों गोपाल कहा गया। गोबिंद, गोबिंद गो नूं वखरा कर दो, बिंद दा अखरी अर्थ है सहारा देने वाला। जिन्हें कहंदे जेड़ा धरती नूं जिन्हें सहारा दिता होया, टिकाया होया, उहदा नाम गोबिंद है। हुण ये जिहड़े नाम है ना सारे, ये सारे नाम परमात्मा दे हैगे है किरतम नाम, जां आपां कह लीए कर्म नाम, कि परमात्मा दे गुण देख के ते उदां दा उहदा नाम रखिया होया। जिद्दां शब्द है मुरारी, मुरारी शब्द भी गुरु ग्रंथ साहब विच आ रहा। मुरारी कौन है? मुर दैंत सीगा एक, मुर दैंत नूं मारन वाले दा नाम रखिया मुरारी, मुर आरी, जिन्हें मुर दैंत नूं मार दिता। कहण तो भाव जिन्हों गुरु गोबिंद सिंह जी कहते हैं चक्कर चिहन और वर्ण जात और पात नहन जे, रूप रंग और रेख पेख को कह न सकत के, अचल मूरत अनपो प्रकाश अमितोज कहिजे, कोट इंद्र इंद्रान साहो साहान गनिजे, त्रिभवन महीप सुर नर असुर, नेत नेत बन तृण कहत। फिर महाराज कहते तब सर्वनाम, सर्वनाम महाराज कहते तेरे जिहड़े सारे नाम हैं वो तेरे कर्मां दे करके कहते रखे गए हैं, तू किदां दे कहते कर्म करदा। तब सर्वनाम कथे कवन, महाराज कहते कर्म नाम वर्णत सुमत, तेरे जिहड़े नाम हैं वो तेरे कहते गुणा करके रखे गए हैं। गुरु गोबिंद सिंह जी इनू कहते हैं कर्म नाम, ते गुरु अर्जुन देव जी इनू कहते हैं किरतम नाम, तेरी किरत नूं देख के कहते रखे गए हैं। परंतु इन्हां तेरे सारे नामां दे विचों जिहड़ा असली नाम है वो असली नाम है कहते सतनाम, जिहड़ा परा पूरबला, परा पूरबला, जिहड़ा बहुत पहलां तो कहते चलदा आ रहा कहते। सो सतनाम दी आपां विचार कल दे दीवान दे विच आपां करांगे। सो साध संगत जी मेरा इहो ही है कि वध तो वध इस बाणी की विचार जिहड़ी है वो कीती जावे, तां जो जिस तरह कल भाई साहब जी ने मेरे तो बाद अनाउंसमेंट की सीगी कि जदों असी बाणी पढ़ीए तो तुहानूं याद आवे भी इहदे अर्थ ये हन। ये मैं कोशिश करांगा कि वध तो वध इस बाणी का जिहड़ा खुलासा वो कर सकां। वैसे गुरु हरगोबिंद साहब जी पता की कहंदे आ, जदों उन्होंने जप जी के अर्थ किए तो गुरु हरगोबिंद साहब जी ने जो अर्थ करके तो गुरु नानक के चरणों च अरदास की, कहते महाराज ये तेरी ओ बाणी है तो ये बारे तू ही जान सकदा, मैं तो जो तू मैनू बोध दिती सी ना मैं उहदे हिसाब नाल विचार कीते। गुरु हरगोबिंद साहब जी दे ये बचन है बंसावली नामे दे विच, कहते गुरु नानक देव जी महाराज ये तेरी बाणी है, तू ही ये बारे जान सकदा भी तू किस अवस्था दे विच बैठ के उचारी। जद कि असी कहने आ जोत ओहा जुगत साए सहकाया फिर पलटिए, लेकिन गुरु हरगोबिंद साहब की निमरता देखो। महाराज फिर भी गुरु नानक के चरणों में मत्था टेक रहा, कहते महाराज तेरी बाणी तेनू ही ये बारे कहते पता है, ये विचार की हैं, ये अर्थ की हैं। सो साध संगत जी इन्नियां को बेनतियां प्रवान करनियां, होइयां भुल्लां चुकां खिमा करनियां। शुरू विच आके मैं मंगलाचरण लिया सी, कबीर सूता क्या करे उठ के ना जपे मुरार। एक दिन आपां सारिਆਂ ने साध संगत जी सौ जाना, उस दिन सानू उठालन वाला कोई इस दुनिया ते पैदा नहीं होया, ते सोना भी असी इदां मैं
गोडे सीधे करके, कबीर सूता क्या करे, उठ के ना जपे मुरार, एक दिन सोवन होएगो लांबे गोड पसार। ते भाई साहब जी गल कर रहे सी ठंड बड़ी है, वाकया हैगी है, ओनी नहीं हैगी जिन्नी साहिबजादियां नूं ठंडे बुरज विच लगी सी। उन्हां दे कोल ते कंबल भी नहीं सीगा, उन्हां दे कोल तलाई भी नहीं सी, उन्हां दे कोल चादर भी नहीं सीगी। हाँ, परंतु उन्हां दे कोल की सीगा, उन्हां दे कोल नाम बाणी सीगी। समझ गए। दूसरा प्रमाण लिया सीगा, झक्खड़ झांगी मींह वरसै। दुनिया कहती अज मींह पै रहा जी, मैं गुरुद्वारे नहीं जाना, झक्खड़ वग रहा। महाराज कहते इथों ते लगना पता भी तेरा ते गुरु का किन्ना क प्यार है। झक्खड़ झांगी मींह वरसै, भी गुर देखन जाई, समुंद सागर होवे बौखारा, गुरसिख लंघ गुरु पै जाई। कहते समुंदर जिन्ना मर्जी आ जाए, हड़ उच चलते होण, लेकिन मैं ते अपने गुरु नूं जाके मिलना ही मिलना, जो मर्जी हो जाए। सो साध संगत जी, इस तरह की जे साडे अंदर प्रीत होवे ना परमात्मा दे लई, गुरु नूं मिलन दे लई, ते फिर जिहड़ी है वो अंदर दी खेड बनेगी। सो इन्नियां को बेनतियां प्रवान करनियां, होइयां भुल्लां चुका खिमा करनियां। रामकली महल